जिस तरह तुम सारे को पता है कि पिछले कुछ समय तो पंजाब सरकार ने नकली शराब, इलिसिट लिकर, नॉन ड्यूटी पेड लिकर या किसी भी तरीके के एक्साइज वायलेशंस लाहन का कढ़ना जिस भी एरिया ਦੇ ਵਿੱਚ ਇਹ ਟੱਚ ਕਰਦਾ ਹੈ ਉਸ ਦੇ ਉੱਤੇ ਇੱਕ ਮੁਹਿੰਮ ਛਿੜੀ ਹੋਈ ਹੈ। 17/5/2020 ਤੋਂ ऑपरेशन रेड रोज चालू किया गया सी। ਉਹਦਾ ਮੁੱਖ ਮੰਤਵ ਇਹ ਸੀ कि पंजाब सरकार के जिन्ने भी विंग्स ने, चाहे वो एक्साइज डिपार्टमेंट, एक्साइज एडमिनिस्ट्रेशन हो, चाहे वो पुलिस डिपार्टमेंट हो, चाहे वो लोकल लेवल पे डिस्ट्रिक्ट एडमिनिस्ट्रेशन हो, वो सारे साझे तौर पर अपने इंटैलीजेंस इनपुट्स ते अपने रिसोर्सिस पूल इन करके ये जिहड़ा मैनेस लिकर दा चालू होया है इस दे उत्ते मुकम्मल ठल पाउण दे तौर ते काम करांगे। सो 17 मई 2020 तो ये मुहिम चालू हुई सी एंड लगातार कोऑपरेशन एंड कोऑर्डिनेशन सारे महकमिਆਂ ਦੇ ਨਾਲ ਕਰਦੇ ਹੋਏ ਲੋਕਾਂ ਦਾ ਸਹਿਯੋਗ, ਉਹਨਾਂ ਦੀ ਇਨਪੁਟ, ਉਹਨਾਂ ਦੀ ਇਨਫੋਰਮੇਸ਼ਨ ਸਹਾਇਕ ਹੋਈ ਹੈ ਇਸ ਚੀਜ਼ ਦੇ ਵਿੱਚ ਐਂਡ ਅਸੀਂ ਲਗਾਤਾਰ ਇਹ ਕੰਮ ਕਰ ਰਹੇ ਹਾਂ। ਇਸੇ ਦੌਰਾਨ एंड ऑफ जुलाई एंड अगस्त फर्स्ट ਨੂੰ बड़ी मनभागी घटना जिवें तरनताਰਨ, बटाला, ਅੰਮ੍ਰਿਤਸਰ साउथ एरिया ਦੇ ਵਿੱਚ ਵਾਪਰੀ। ਉਸ ਦੇ ਨਾਲ अर्जेंसी टू टेक एक्शन एंड मुकम्मल एक्शन ऑन ऑल दीज इंक्रीज्ड इवन फर्दर। तो पिछले कुछ समय ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਸੋ ਰਿਪੀਟ ਕਰਨ ਦਾ ਕੋਈ ਜ਼ਰੂਰਤ ਨਹੀਂ ਕਿ ਕਈ ਮੋਡਿਊਲਸ ਇਹਦੇ ਵਿੱਚ ਫੜੇ ਗਏ ਨੇ। ਕੁਝ ਮੋਡਿਊਲਸ ਦੇ ਵਿੱਚ ਉਹ ਨਜਾਇਜ਼ ਬੌਟਲਿੰਗ ਕਰ ਰਹੇ ਸਨ, कुछ मॉड्यूल्स ਦੇ ਵਿੱਚ कोई फार्मास्यूटिकल वेस्ट ਨੂੰ ਰੀਪਰੋਸੈਸ ਕਰਕੇ ਕਿਤੇ ਨਾ ਕਿਤੇ ਉਹਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਹੋ ਰਹੀ ਸੀ। ਕਿਤੇ ਇੰਟਰਸਟੇਟ ਵੀ ਸ਼ਰਾਬ ਦੂਜੇ ਰਾਜਾਂ ਦੀ ਆਂਦੀ ਫੜੀ ਗਈ, ਕਿਤੇ ਈਐਨਏ ਦੀ ਚੋਰੀ ਜਿਹੜੀ ਸੀ ਉਹ ਫੜੀ ਗਈ। ਲਗਾਤਾਰ ਇਹ ਮੁਹਿੰਮ ਜਾਰੀ ਹੈ। ਇਸ ਮੁਹਿੰਮ ਦੇ ਵਿੱਚ ਇੱਕ ਕੰਪਲੇਂਟ ਜੋ ਰੈਗੂਲਰ ਤੌਰ ਤੇ ਸਾਨੂੰ ਆ ਰਹੀ ਸੀ ਉਹ ਸੀ ਕਿ ਕਿਤੇ ਜਿਹੜੀ ਅੰਗਰੇਜ਼ੀ ਸ਼ਰਾਬ ਹੈਗੀ ਹੈ ਐਂਡ ਸਪੈਸ਼ਲੀ ਇੰਪੋਰਟਡ ਲਿਕਰ ਜਿਹੜੀ ਉਹਦੀ ਵੀ ਨਕਲੀ ਕਿਤੇ ਨਾ ਕਿਤੇ ਬਣ ਰਹੀ ਹੈ ਜਾਂ ਕੋਈ ਸਸਤੇ ਬ੍ਰਾਂਡਸ ਦੀ ਰੀਬੋਟਲਿੰਗ, ਰੀਪੈਕਿੰਗ ਫੋਰਨ ਲਿਕਰ ਦੇ ਵਿੱਚ ਕੀਤੀ ਜਾ ਰਹੀ ਹੈ ਐਂਡ ਉਹ ਮਾਰਕੀਟ ਦੇ ਵਿੱਚ ਕਿਤੇ ਨਾ ਕਿਤੇ ਸਪਲਾਈ ਹੋ ਰਹੀ ਹੈ। ਯਾਰ ਪਿੱਛੇ ਆ ਜਾਣ ਕਿਧਰ ਅਸੀਂ ਕਾਫੀ ਸਮੇਂ ਤੋਂ ਜਿਹੜਾ ਇਹ ਕੰਮ ਚੱਲ ਰਿਹਾ ਸੀਗਾ ਇਸ ਦੇ ਉੱਤੇ ਇੰਟੈਲੀਜੈਂਸ ਦੇਣ ਦੀ ਕੋਈ ਕੋਸ਼ਿਸ਼ ਕਰ ਰਹੇ ਸਨ ਐਂਡ ਪਿੱਛੇ स्टार्टिंग ऑफ दिस ईयर सानू एक इन्फॉर्मेशन मिली कि इस पूरे नेटवर्क दे विच, इस पूरे मॉड्यूल दे विच एक बड़ा प्लेयर जिहड़ा है वो दिल्ली तो कोई बॉटल्स दा, कॉर्क्स दा, लेबल्स दा ओदा कंसाइनमेंट ओदा आ रहा है। उसनों असीं परस्यू कीता उस इन्फॉर्मेशन नूं ते 4 ते 5 जनवरी 2021 दी इंटरवेनिंग नाइट जिहड़ी सीगी ओदे विच एक्साइज ते पुलिस टीमां ने सांझे तौर पे ट्रैप ले कीता एंड जीरकपुर दे विच जतिंदरपाल सिंह नां दा एक बंदा सीगा जो इहदा किंगपिन जिहदे नां आ रिहा सीगा ਉਹ बस दे विच कार्टन्स एंड इस सामान अनलोड करांदा होया ਉਹਨੂੰ डिपार्टमेंट ने एंड टीम्स ने फड़िया गया। एक वॉल्वो बस दे विचों कार्टन आ रहे सन एंड वॉल्वो बस तो कार्टन जब डिलीवरी वगैरह ले रहा सीगा तो टीम ने उन्होंने एप्रीहेंड किया। ਉਹਦੇ ਕੋਲੋਂ 80 एम्प्टी बॉटल्स ऑफ ब्लैक लेवल, 55 मोनो कार्टन्स ऑफ ब्लैक लेवल, 10 एम्प्टी बॉटल्स ऑफ रेड लेवल, 35 लेड कैप्स ऑफ शिवास लीगल, 30 लेबल्स ऑफ शिवास लीगल। ये सारी इंफॉर्मेशन प्रेस कोड ਦੇ ਵਿੱਚ ਹੈਗੀ ਹੈ ਤੇ ਉਸ ਤੋਂ ਪ੍ਰਾਪਤ ਹੋਈ। ਗੱਡੀ ਵੀ ਉਹਦੀ इंपाउंड की गई। ਉਹਦੇ ਵਿੱਚ ਵੀ 6 केसेस ऑफ रेड लेबल एंड 2 केसेस ऑफ ब्लैक लेबल ਉਹਦੇ ਵਿੱਚੋਂ ਵੀ ਮਿਲੇ। ਉਸ ਬੰਦੇ ਨੂੰ ਐਪਰੀहेंड ਕਰਕੇ ਟੀਮਸ ਨੇ ਉਹਦੀ ਨਿਸ਼ਾਨਦੇਹੀ ਤੇ ਫਿਰ ਅੱਗੇ ਕਾਰਵਾਈ ਕੀਤੀ ਐਂਡ ਉਹਦਾ ਜਿਹੜਾ ਰੈਜ਼ੀਡੈਂਸ ਸੀਗਾ ਮੋਤੀਆ ਰਾਇਲ ਸਿਟੀ ਜ਼ੀਰਕਪੁਰ ਦੇ ਵਿੱਚ ਉਹਨੂੰ ਰੇਡ ਕੀਤਾ। ਉਸ ਰੇਡ ਦੇ ਵਿੱਚ ਅਗੇਨ ਬਲੈਕ ਲੇਬਲ ਦੀ 11 ਬੋਟਲਸ, 12 ਐਮਟੀ ਬੋਟਲਸ, ਆਲ ਸੀਜ਼ਨਸ ਦੀ 12 ਬੋਟਲਸ, 555 ਗੋਲਡ ਦੀ ਬੋਟਲਸ ਫੜੀਆਂ ਗਈਆਂ। ਉਸ ਤੋਂ ਬਾਅਦ ਉਹਦੇ ਗੋਡਾਊਨ ਦੇ ਉੱਤੇ ਰੇਡ ਕੀਤਾ ਗਿਆ। ਉੱਥੇ ਵੀ ਕਾਫੀ ਮਾਤਰਾ ਦੇ ਵਿੱਚ 54 ਬੋਟਲਸ ਬਲੈਕ ਲੇਬਲ, 12 ਬੋਟਲਸ ਰੈਡ ਲੇਬਲ, ਰਾਇਲ ਸੈਲੂਟ 7 ਬੋਟਲਸ, 60 ਬੋਟਲਸ ਨੈਨਾ ਬ੍ਰਾਂਡ, 12 ਬੋਟਲਸ ਬਲੂ ਲੇਬਲ,
ਅਤੇ ਹੋਰ ਐਮਟੀ ਬੋਟਲਸ ਕॉर्क्स ਇਹ ਸਾਰਾ ਜੋ ਹੈਗੀ ਹੈ ਉਹ ਕਾਫੀ ਮਾਤਰਾ ਦੇ ਵਿੱਚ ਉੱਥੇ ਫੜੀ ਗਈ 25 ਲੀਟਰ ਇਹ ਨਹੀਂ ਫੜੀ ਗਈ ਉਸ ਤੋਂ। ਸੋ ਇਹ ਬੰਦਾ ਸੀਗਾ ਜਿਹੜਾ ਆਪਣੇ ਫਲੈਟ ਦੇ ਵਿੱਚ ਹੀ ਉਹਨੇ ਇੱਕ ਬੋਟਲਿੰਗ ਦਾ ਸਾਰਾ ਨੈਟਵਰਕ ਬਣਾਇਆ ਹੋਇਆ ਸੀ ਐਂਡ ਉੱਥੇ ਇਹ ਸਾਰੀ ਕਾਰਵਾਈ ਫੜੀ ਗਈ। ਇਸ ਦੇ ਨਾਲ 3 ਹੋਰ ਬੰਦੇ ਜੋ ਉਹਦੇ ਨਾਲ ਕੰਮ ਕਰ ਰਹੇ ਸੀਗੇ ਐਂਡ ਉਹਦੀ ਨਿਸ਼ਾਨਦੇਹੀ ਤੇ ਇਹ ਫੜੋ ਫੜਾਈ ਜਿਹੜੀ ਹੈਗੀ ਉਹ ਮੁਕੰਮਲ ਕੀਤੀ ਗਈ ਐਂਡ ਤਫਤੀਸ਼ ਚਾਲੂ ਕੀਤੀ ਗਈ। ਇਸ ਦੇ ਵਾਸਤੇ ਇੱਕ FIR ਨੰਬਰ 7/5/1/2021 ਨੂੰ ਪੁਲਿਸ ਸਟੇਸ਼ਨ ਜ਼ੀਰਕਪੁਰ ਦੇ ਵਿੱਚ ਰਜਿਸਟਰ ਕੀਤੀ ਗਈ ਐਂਡ 4 ਬੰਦੇ ਜਤਿੰਦਰਪਾਲ ਸਿੰਘ ਆਪ ਇਲਿਆਸ JP, ਜਤਿੰਦਰ ਸਿੰਘ son of ਮੋਹਿੰਦਰ ਸਿੰਘ, ਕਰਨ ਗੋਸਾਮੀ son of ਗੁਰਨਾਮਪਾਲ ਸਿੰਘ ਅਤੇ ਵਿਜੇ son of ਰਜਿੰਦਰ ਸਿੰਘ ਇਹ ਸਾਰੇ 420 120 20 ਦੇ ਵਿੱਚ ਫੜੇ ਗਏ। ਇਹ 4 ਬੰਦੇ ਦੀ ਅਰੈਸਟ ਹੋਈ। ਇਸ ਤੋਂ ਬਾਅਦ ਹੋਰ ਤਫਤੀਸ਼ ਕੀਤੀ ਗਈ ਪੁਲਿਸ ਟੀਮਸ ਐਂਡ ਪੁਲਿਸ ਦੇ ਵਿੱਚ ਕਿਉਂਕਿ ਜਦ ਇਹਨਾਂ ਦੀ ਇੰਟਰੋਗੇਸ਼ਨ ਹੋਈ ਤਾਂ ਪਤਾ ਲੱਗਿਆ ਕਿ ਕਾਫੀ ਵੱਡਾ ਇਹਨਾਂ ਦਾ ਨੈਟਵਰਕ ਹੈਗਾ। ਉਹ ਨਾਲ ਪੁਲਿਸ ਟੀਮਸ ਨੇ ਅੱਗੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਤਾਂ SIT ਬਣਾਈ ਗਈ ਹੈ। ਉਸ ਦੇ ਵਿੱਚੋਂ ਜਦ ਇਹਨੂੰ ਇੰਟਰੋਗੇਟ ਕੀਤਾ ਤੇ 2-3 ਹੋਰ ਬੰਦਿਆਂ ਦੇ ਨਾਂ ਸਾਹਮਣੇ ਆਏ। ਉਨ ਲੀਡਸ ਨੂੰ ਪਰਸਿਊ ਕਰਦੇ ਹੋਏ ਬੰਦਿਆਂ ਦੇ ਜੋ ਨਾਂ ਸਾਹਮਣੇ ਆਏ ਸਨ ਉਹਨਾਂ ਤੇ ਰਾਖੀ ਰੱਖੀ ਗਈ, ਉਹਨਾਂ ਤੇ ਚੈੱਕ ਕੀਤਾ ਗਿਆ ਤੇ ਇਹਨਾਂ ਦਾ ਜਿਹੜਾ ਇੱਕ ਹੋਰ ਮੇਨ ਬੰਦਾ ਜੋ ਇਹਨਾਂ ਦਾ ਫਾਈਨੈਂਸਰ ਐਲੀਜਿਡਲੀ ਫਾਈਨੈਂਸਰ ਅਤੇ ਜੋ ਮੇਨ ਬੰਦਾ ਹੈ ਗੁਰਪ੍ਰੀਤ ਸਿੱਧੂ वो भी resident of Motia Royal City Zirakpur का है and he is apparently a citizen of UK or Europe। ਉਹਨੂੰ ਲੁਧਿਆਣੇ ਤੋਂ ਅਰੈਸਟ ਕੀਤਾ ਗਿਆ। ਉਹ ਰਹਿਣ ਵਾਲਾ ਇੱਥੇ ਦਾ ਹੈਗਾ but he came to know that his accomplice has been arrested, so he was on the run and multiple teams police ਦੀ with excise department ਕੰਮ ਕਰਕੇ jointly ਜਿਹੜਾ ਹੈਗਾ ਉਸ ਨੂੰ ਲੁਧਿਆਣੇ ਤੋਂ ਅਰੈਸਟ ਕੀਤਾ ਗਿਆ। This person impersonated himself as a senior police officer। ਇਹ ਆਪਣੇ ਆਪ ਨੂੰ IG ਰੈਂਕ ਦਾ ਅਫਸਰ ਦੱਸਦਾ ਸੀ ਐਂਡ ਇਸ ਤਰੀਕੇ ਹੋਰ ਆਪਣੇ ਕੰਮ ਦੇ ਵਿੱਚ he thought that he will be able to hoodwink the system and people। ਗੁਰਪ੍ਰੀਤ ਸਿੰਘ ਨੂੰ ਅਰੈਸਟ ਕਰਨ ਤੋਂ ਬਾਅਦ ਇਹਦੇ ਘਰ ਦੇ ਉੱਤੇ ਰੇਡ ਕੀਤੀ ਗਈ ਐਂਡ ਇਸ ਦੇ ਰੈਜ਼ੀਡੈਂਸ ਤੋਂ ਸਰਚ ਦੇ ਦੌਰਾਨ ਪੰਜਾਬ ਪੁਲਿਸ ਦੀ ਯੂਨੀਫਾਰਮਸ, ਸ਼ੋਲਡਰ ਪੈਚਸ, IG DIG ਰੈਂਕਸ ਤੇ ਬੁਲਟ ਪ੍ਰੂਫ ਜੈਕਟ, ਵਾਕੀ ਟਾਕੀ, ਇੰਪੋਰਟਡ ਪਿਸਟਲਸ, 에ਅਰ ਪਿਸਟਲਸ 13, 28 ਪਿਸਟਲ ਸਿਲੰਡਰਸ, ਪੁਲਿਸ ਬੀਕਨ ਲਾਈਟਸ, 32 ਬੋਰ ਰਿਵਾਲਵਰ, 30 ਮੋਬਾਈਲ ਫੋਨਸ ਤੇ 7 ਟੈਬਸ ਆਦਿ ਜਿਹੜੀ ਹੈਗੀਆਂ ਇਹ ਫੜੇ ਗਏ ਮੌਕੇ ਦੇ ਉੱਤੇ ਨਿਸ਼ਾਨਦੇਹੀ ਕਰਕੇ। ਇਸ ਤੋਂ ਇਲਾਵਾ ਤਫਤੀਸ਼ ਦੇ ਵਿੱਚ ਜੋ ਇੱਕ ਹੋਰ ਨਾਂ ਆ ਰਿਹਾ ਸੀਗਾ ਬਿਕੋਜ਼ ਮਾਰਕੀਟਿੰਗ ਅਗੇਨ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਥਿੰਗ। ਸੋ ਇੱਕ ਨਾਂ ਜੋ ਨਿਕਲ ਕੇ ਆਇਆ ਉਹ ਸੀਗਾ ਆਸ਼ੂ ਗੋਇਲ ਦਾ who is allegedly a person involved in liquor business in Chandigarh and other parts of various states and ਇਹ ਇਨਫੋਰਮੇਸ਼ਨ ਇੱਕ ਸਾਹਮਣੇ ਆਈ ਕਿ ਸੈਕਟਰ 29 ਦੇ ਵਿੱਚ ਕੋਈ ਇਲੀਗਲ ਗੋਡਾਊਨ ਚੱਲ ਰਿਹਾ ਹੈ ਤਾਂ ਉਹਦੇ ਵਿੱਚ ਕੋਈ ਇਹਨਾਂ ਨੇ ਸ਼ਰਾਬ ਵਗੈਰਾ ਸਟੋਰ ਕਰਕੇ ਰੱਖੀ ਹੋਈ ਹੈ। ਜੋ ਸਸਤੀ ਸ਼ਰਾਬ ਭਰਦੇ ਸੀਗੇ ਇਹ ਜਾਂ ਜੋ ਨਕਲੀ ਸ਼ਰਾਬ ਬਣਾ ਕੇ ਵੇਚਦੇ ਸੀਗੇ ਇਹ ਐਪਰੀਹੈਂਸ਼ਨ ਹੈ ਕਿ ਇਹ ਆਸ਼ੂ ਗੋਇਲ ਉਸ ਦੋਵੇਂ ਨੈਟਵਰਕ ਦੇ ਵਿੱਚ ਸਸਤੀ ਪ੍ਰੋਵਾਈਡ ਕਰਾਉਣ ਤੇ ਮਹਿੰਗੀ ਜਿਹੜੀ ਹੈਗੀ ਉਹ ਵੇਚਣ ਦੇ ਵਿੱਚ ਜ਼ਰੂਰ ਇਹਦੇ ਵਿੱਚ ਇਨਵੋਲਵ ਹੈਗਾ ਇਸ JP ਐਂਡ ਗੁਰਪ੍ਰੀਤ ਸਿੱਧੂ ਦੇ ਨਾਲ। ਇਸ ਕਰਕੇ ਪੁਲਿਸ ਟੀਮਸ ਨੇ ਚੰਡੀਗੜ੍ਹ ਐਕਸਾਈਜ਼ ਐਂਡ ਪੁਲਿਸ ਟੀਮਸ ਚੰਡੀਗੜ੍ਹ ਐਕਸਾਈਜ਼ ਤੇ ਚੰਡੀਗੜ੍ਹ ਪੁਲਿਸ ਟੀਮਸ ਦੇ ਨਾਲ ਰਾਬਤਾ ਕਰਕੇ ਉਹਨਾਂ ਦੇ ਏਰੀਆ ਦੇ ਵਿੱਚ ਗੋਡਾਊਨ ਸੀਗਾ ਸੈਕਟਰ 29 ਚੰਡੀਗੜ੍ਹ ਰੇਡ ਕੀਤੀ ਗਈ ਔਰ ਰੇਡ ਕਰਨ ਤੇ ਉੱਥੇ ਵੱਡੀ ਮਾਤਰਾ ਦੇ ਵਿੱਚ ਆਬਵੀਅਸਲੀ ਇਟ ਵਾਸ ਅ ਲਿਕਰ ਗੋਡਾਊਨ ਵੱਡੀ ਮਾਤਰਾ ਦੇ ਵਿੱਚ ਉੱਥੇ ਲਿਕਰ ਸੀਗੀ ਲੇਕਿਨ ਜੋ ਇੰਪੋਰਟੈਂਟ ਇਸ ਚ ਗੱਲ ਹੈਗੀ ਹੈ ਉਹ ਹੈਗੀ ਹੈ ਕਿ ਤਕਰੀਬਨ 1966 ਪੇਟੀਆਂ almost 2000 cases of imported liquor was found without hologram. So hologram is used for authenticity and duty paid.
ਤੇ ਤਕਰੀਬਨ 2000 ਕੇਸਿਸ ਜਿਹੜੇ ਹੈਗੇ ਇਹ ਵਿਦਆਊਟ ਹੋਲੋਗ੍ਰਾਮ ਉੱਥੋਂ ਬਰਾਮਦ ਕੀਤੇ ਗਏ ਨੇ ਐਂਡ ਇਹ ਜਿਹੜੇ ਹੈਗੇ ਕਾਫੀ ਅਲੱਗ-ਅਲੱਗ ਬ੍ਰਾਂਡਸ ਦੇ ਹੈਗੇ ਹੈ ऑथेंटिसिटी की हैगी है whether it was a legal liquor or impersonated liquor ਇਹ ਹਾਲੇ ਚੈੱਕ ਹੋਏਗੀ ਲੇਕਿਨ ਇਸ ਦੇ ਵਿੱਚ ओल्ड मॉन्क टाइप ਦੇ 272 केसेस बैलेंटाइन ਦੇ 390 केसेस शिवास लीगल ਦੇ 281 केसेस इस तरीके ਦੇ बड़ी हाई प्राइस्ड शराब रेड लेबल ਦੇ 145 केसेस ब्लू लेबल ਦੇ 27 केसेस 27.5 कोल्ड लेवल ਦੇ 22 केसेस इस तरीके अड जो प्रीमियम लिकर है वो अलग-अलग मात्रा ਦੇ ਵਿੱਚ ਇੱਥੋਂ ਪ੍ਰਾਪਤ ਕੀਤੀ ਗਈ ਹੈ ਉਸ ਗੋਡਾਊਨ ਨੂੰ ਐਕਸਾਈਜ਼ ਚੰਡੀਗੜ੍ਹ ਪੁਲਿਸ ਡਿਪਾਰਟਮੈਂਟ ਚੰਡੀਗੜ੍ਹ ਪੁਲਿਸ ਡਿਪਾਰਟਮੈਂਟ ਪੰਜਾਬ ਅਤੇ ਐਕਸਾਈਜ਼ ਡਿਪਾਰਟਮੈਂਟ ਪੰਜਾਬ ਦੀ ਸਾਂਝਾ ਹਾਜ਼ਰੀ ਦੇ ਵਿੱਚ ਹੁਣ ਸੀਲ ਕੀਤਾ ਗਿਆ ਹੈ ਐਂਡ ਚੰਡੀਗੜ੍ਹ ਐਕਸਾਈਜ਼ ਡਿਪਾਰਟਮੈਂਟ ਵੀ ਉਹਦੀ ਅੱਗੇ ਪੜਤਾਲ ਉਹਨਾਂ ਦੇ ਜੁਰਿਸਡਿਕਸ਼ਨ ਕਰਕੇ ਕਰ ਰਿਹਾ ਐਂਡ ਅੱਗੇ ਦੀ ਇਨਫੋਰਮੇਸ਼ਨ ਜਾਂ ਜੋ ਹੋਇਆ ਹੈਗਾ ਉਹ ਉੱਥੋਂ ਆਪਾਂ ਨੂੰ ਪਤਾ ਲੱਗਣ ਦੀ ਸੰਭਾਵਨਾ ਹੈਗੀ ਹੈ ਸੋ ਇਹ ਜਿਹੜਾ ਸਾਰਾ ਉਪਰਾਲਾ ਹੈਗਾ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜੇ ਢੱਕਣ ਜਾਂ ਨਕਲੀ ਬੋਟਲਸ ਆਦਿ ਸੀਗੇ ਇਹ ਮੋਡਿਊਲ ਇੰਟਰ ਸਟੇਟ ਮੋਡਿਊਲ ਹੈ ਦਿੱਲੀ ਤੋਂ ਇਹ ਸਾਰੇ ਢੱਕਣ ਐਂਡ ਬੋਟਲਸ ਐਂਡ ਲੇਬਲਸ ਆਦਿ ਆ ਰਹੇ ਸੀਗੇ ਸੋ ਅੱਗੇ ਦੀ ਪੜਤਾਲ ਹੁਣ SIT जो बनी है पुलिस की सीनियर ऑफिसर्स उसदे विच पाए गए हैं एंड उन्हां दे राहीं कीती जा रही है क्योंकि इंटर स्टेट इशू हैगा तो अगे भी जो भी इहदे विच सप्लायर्स हैगे है या जो भी इस नेटवर्क दे विच अगे मार्केटिंग दे विच काम आउंदे हैगे है उन्हां सारियां दे उत्ते जो कार्रवाई हैगी चाहे वो एक्साइज डिपार्टमेंट का लाइसेंसी हो चाहे कोई बूटलेगर हो या कोई भी किसी भी तरीके का बंदा हो whether they supplied the material to them or they purchased it from them or they sold it after that सो जो भी है वो पता लगे करके जो कार्रवाई होगी वो की जाएगी Sir, my question is, sir, I just want to ask about the profile of this guy, Gurpreet Sidhu. जी I mean, first of all, you have said that he is from European Sidhu. So, how long he was living here in India, and what was the modus operandi? Can you please explain this? Because how they were preparing liquor at Sector 29. Then how they were distributing and how they were running the batch. Yeah. So as regards Gurpreet Sidhu, so I will leave it to SSP Saab. He does that. गुरप्रीत सिद्धू बेसिकली चंडीगढ़ में ही बिलोंग करता है पर 2006 में शिफ्ट कर गया सीगा जी फिर को दो पासपोर्ट यूके एक जर्मनी का पासपोर्ट की ऑथेंटिसिटी भी इसी कर रहे कि जर्मनी वाला किस बेस से डुअल सिटीजनशिप ये ले गया है 2006 ਦੇ ਕਰੀਬ ਇਹ ਉਧਰ ਸ਼ਿਫਟ ਕਰ ਗਿਆ ਸੀਗਾ ਤੇ ਵਾਪਸ ਆ ਰਿਹਾ ਸੀ ਇਹ ਮਾਰਚ ਦੇ ਵਿੱਚ ਵਾਪਸ ਚਲਾ ਗਿਆ ਸੀ ਫਿਰ ਜੂਨ ਜੁਲਾਈ ਚ ਫਿਰ ਵਾਪਸ ਆ ਗਿਆ ਸੀ ਉੱਥੋਂ ਯੂਕੇ ਤੋਂ And sir, please can you जो यस लिकर ਦਾ ਜੋ ਸੀਗਾ ਸੋ ਜੋ ਇਹਨਾਂ ਨੇ ਫਲੈਟ ਮੋਤੀਆ ਹਾਈਟਸ ਦੇ ਵਿੱਚ ਰੱਖਿਆ ਹੋਇਆ ਸੀਗਾ ਸੋ ਫਲੈਟਸ ਦੇ ਵਿੱਚ ਇਹਨਾਂ ਨੇ ਕੁਝ ਪੰਪਸ ਵਗੈਰਾ ਜਾਂ ਇਸ ਤਰੀਕੇ ਦਾ ਮਟੀਰੀਅਲ ਰੱਖੇ ਹੋਏ ਸੀ लोअर लेवल ब्रांड्स जिवें कोई लो लेवल IMFL या PML 555 टाइप ਦੇ ਜੋ ਬ੍ਰਾਂਡਸ ਹੈਗੇ ਆ ਉਹਨਾਂ ਦੀ ਰਿਕਵਰੀ ਹੋਈ ਉਹਨਾਂ ਨੂੰ ਇਹ ਪ੍ਰੀਮੀਅਮ ਬੋਟਲਸ ਦੇ ਵਿੱਚ ਪਾ ਕੇ ਬੋਟਲਸ ਜੋ ਬਾਹਰੋਂ ਢੱਕਣ ਵਗੈਰਾ ਉਹਨਾਂ ਨੇ ਗੋਲਾ ਕੈਪਸ ਵਗੈਰਾ ਜੋ ਹੈਗੇ ਆ ਜੋ ਇੰਪਰਸੋਨੇਟ ਕਰਕੇ वेरी नियर टू द ओरिजिनल वन बनाए हुए ਨੇ ਉਹਨਾਂ ਦੇ ਸਟickers ਵਗੈਰਾ ਸਾਰੇ ਬੋਟਲਿੰਗ ਕਰਕੇ ਐਂਡ ਕੇਸਿਸ ਦੇ ਵਿੱਚ ਪਾ ਕੇ ਜਨਰਲੀ ਦੇ ਹੈਡ ਕੈਪ ਟਰਾਲੀਜ਼ ਦੇ तो ट्रॉली ਦੇ ਵਿੱਚ ਆਪਣੇ ਫਲੈਟ ਤੋਂ ਥੱਲੇ ਗੱਡੀਆਂ ਦੇ ਵਿੱਚ ਲਿਆਉਂਦੇ ਸੀ ਹੁਣ ਅੱਗੇ ਇਹਦਾ ਕਿਸ ਤਰੀਕੇ ਅੱਗੇ ਮਾਰਕੀਟ ਦੇ ਵਿੱਚ ਪਹੁੰਚਦੀ ਸੀਗੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ one lead that we got was this Mr. Ashu who is a liquor businessman in Chandigarh area and probably he has his business in other parts of state as well check ਕਰ ਰਹੇ ਨੇ तो ਉਹਦੇ ਰਾਹੀਂ ਜਿਹੜਾ ਹੈਗਾ ਇਹ ਨਾਂ ਸਾਹਮਣੇ ਆਇਆ ਹੈਗਾ ਕਿ ਇਹ ਮਾਰਕੀਟਿੰਗ ਜਾਂ रॉ मटेरियल जो लोअर लेवल के ब्रांड्स है वो उन्हां तो लेंदे सी सो प्रिलिमिनरी इन्वेस्टिगेशन ਦੇ ਵਿੱਚ ਇਹ ਚੀਜ਼ ਸਰ ਇਹਦੇ ਵਿੱਚ ਇੱਕ ਕੁਐਸਚਨ ਹੈ ਸਰ ਜਿਹੜਾ ਲਿਕਵਿਡ ਦਾ ਪ੍ਰਾਇਮਰੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿਤੇ ਕਿਤੇ ਸਪਲਾਈ ਹੋਈ ਸੀ ਚੰਡੀਗੜ੍ਹ ਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਏਰੀਆ 'ਚ ਸਪਲਾਈ ਹੋਈ कितने टाइम से ਇਹ ਕਿੰਨੇ ਟਾਈਮ ਸੀ ਬੇਸਿਕਲੀ ਜਿਹੜਾ ਪਿਛਲੇ ਕਿੰਨੇ ਟਾਈਮ ਤੋਂ ਲੈ ਰਹੇ ਸੀ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਇਹ ਤਾਂ ਹੁਣ ਕਹਿੰਦੇ ਕਿ 1 ਸਾਲ ਤੋਂ ਚੱਲ ਰਿਹਾ ਸੀਗਾ प्लस सप्लाई कितने होंगी सी साड़ी को सारी उनकी डिटेल्स हैगी है बट मैं एक
नहीं दसनी चाहूँगा क्योंकि ਅਸੀਂ ਸਾਰਾ ਉਹ ਚੀਜ਼ ਤੇ ਇਨਵੈਸਟੀਗੇਟ ਕਰ ਰਹੇ ਹਾਂ। ਸੋ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਹੋ ਰਹੀ ਸੀ ਵੀ ਹੈਵ ਗॉट ਆਲ ਦੀ ਡਿਟੇਲਸ ਤੇ ਉੱਥੇ ਅਸੀਂ ਇਨਵੈਸਟੀਗੇਟ ਕਰਾਂਗੇ। ਤੁਸੀਂ ਆਪਣੇ ਕ੍ਰਿਮੀਨਲ ਬੈਕਗ੍ਰਾਉਂਡ ਜਿੰਨੇ ਵੀ ਅਕਿਊਜ਼ ਨੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਪਹਿਲੇ ਕਿੱਥੇ ਪਰਚੇ ਹਾਂਜੀ ਉਹ ਵੀ ਸਾਰਾ ਅਸੀਂ ਸਾਰਾ ਕਿਉਂਕਿ ਹੁਣ ਇਨੀਸ਼ੀਅਲੀ ਤਾਂ ਇਹ ਸੀਗਾ ਵੀ ਅਸੀਂ ਸਾਰੀ ਰਿਕਵਰੀ ਕਰ ਲਈ ਸਾਰੀਆਂ ਚੀਜ਼ਾਂ ਕਰ ਲਈ ਇਹਨਾਂ ਦੀਆਂ ਤੇ ਰਿਕਵਰੀਜ਼ ਵੀ ਤੁਹਾਡੇ ਸਾਹਮਣੇ ਹੈ ਜਿੱਦਾਂ ਸਰ ਨੇ ਤੁਹਾਨੂੰ ਦੱਸਿਆ। ਸੋ ਇਹਨਾਂ ਦਾ ਵੀ ਕ੍ਰਿਮੀਨਲ ਬੈਕਗ੍ਰਾਉਂਡ ਪਿੱਛੇ ਕਿੰਨੇ ਕੇਸ ਰਜਿਸਟਰ ਹੋਇਆ ਐਸ ਪਰ ਜੇਪੀ ਨੇ ਦੱਸਿਆ ਦੇ ਹੈਵ ਡਿਨਾਈਡ ਕਿ ਸਾਡੇ ਤੇ ਕੋਈ ਕੇਸ ਪੁਰਾਣਾ ਨਹੀਂ ਹੈ ਬਟ ਅਗੇਨ ਅਸੀਂ ਮੈਟਰ ਆਫ ਰਿਕਾਰਡ ਹੈ ਸਾਰਾ ਦੀ ਚੀਜ਼ਾਂ ਸਾਹਮਣੇ ਲੈ ਕੇ ਆਵਾਂਗੇ ਬਟ ਸਪਲਾਈ ਲਾਈਨ ਕਿਤੇ ਸੀ ਵੀ ਹੈਵ ਗॉट ਰਿਕਾਰਡ ਫਰਦਰ ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਇਹ ਚੀਜ਼ ਚੱਲੂਗੀ। ਸਰ ਤੁਸੀਂ ਜ਼ਿਕਰ ਕੀਤਾ ਫਾਰਮਾਸਿਊਟੀਕਲਸ ਵੇਸਟ ਕੁਝ ਇਨਵੋਲਵਮੈਂਟ ਕਿਸੇ ਫਾਰਮਾਸਿਊਟੀਕਲ ਕੰਪਨੀ ਦੇ ਓਨਰ ਦੀ ਜਾਂ ਕੁਝ ਉਹ ਟਰੈਕ ਹੋ ਪਾਇਆ ਕਿ ਉਹ ਵੇਸਟ ਕਿਸ ਤਰੀਕੇ ਨਾਲ ਰਿਸੀਵ ਕਰਦੇ ਸੀ ਜਾਂ ਕਿਵੇਂ ਉਸ ਨੂੰ ਫਿਰ ਅੱਗੇ ਮੈਨੇਜ ਕਰਦੇ ਸੀ? ਜੀ ਸੋ ਇਹ ਦੋ ਫਰਮਾਂ ਜਿਵੇਂ ਇਨਫੈਕਟ ਚਾਰ ਫਰਮਾਂ ਸੀਗੀਆਂ ਬੇਨੀ ਕੈਮੀਕਲਸ ਦੇ ਨਾਲ ਜੋ ਕੀਤਾ ਗਿਆ ਸੀਗਾ। ਸੋ ਫਾਰਮਾਸਿਊਟੀਕਲ ਵੇਸਟ ਰੂਟੀਨ ਦੇ ਵਿੱਚ ਵਿਕਦਾ ਹੈ ਐਂਡ ਰੂਟੀਨ ਦੇ ਵਿੱਚ ਉਹਦੀ ਰੀਪ੍ਰੋਸੈਸਿੰਗ ਹੁੰਦੀ ਹੈ ਲੇਕਿਨ ਉਹਦੀ ਰੀਪ੍ਰੋਸੈਸਿੰਗ ਕਿਸੇ ਲਿਕਰ ਬਣਾਉਣ ਦੇ ਵਾਸਤੇ ਕਿਸੇ ਮਟੀਰੀਅਲ ਵਾਸਤੇ नहीं हो सकती एंड जे किसी मटेरियल तो डिस्टिलेशन होना है लिकर होना तो ऑब्वियसली उसमें एक्साइज का लाइसेंस भी चाहिए। सो एक्टिव इन्वॉल्वमेंट ऑफ एनी बिग फार्मास्यूटिकल यूनिट एज वेल इट इज अ मैटर ऑफ इन्वेस्टिगेशन वी आर डूइंग दैट सीएफएस ਦੇ ਸਾਡੇ ਸੈਂਪਲਸ ਗਏ ਹੋਏ ਨੇ 152 ਸੈਂਪਲਸ ਹੈਗੇ ਜਿਹੜੇ ਸੀਐਫਐਸਐਲ ਦੇ ਵਿੱਚ ਹੈਗੇ ਐਂਡ ਵੀ ਆਰ ਰੈਗੂਲਰਲੀ ਇਨ ਟੱਚ ਵਿਦ them ਐਂਡ ਬਹੁਤ ਜਲਦ ਸਾਨੂੰ ਇਹਦੀ ਜਿਹੜੀ ਹੈਗੀ ਹੈ ਉਹ ਸੈਂਪਲਿੰਗ ਰਿਪੋਰਟ ਜਿਹੜੀ ਹੈ ਉਹ ਮਿਲ ਜਾਏਗੀ ਤੇ ਤਕਰੀਬਨ ਬਾਕੀ ਜਿਹੜਾ ਸੀਗਾ ਅਸੀਂ ਸਾਰੇ ਐਂਗਲ ਤਫਤੀਸ਼ ਦੇ ਵਿੱਚ ਲਿਆਂਦੇ ਨੇ ਐਂਡ ਇਹਦਾ ਚਲਾਨ ਵੀ ਬਹੁਤ ਜਲਦੀ ਅਸੀਂ ਦਵਾਂਗੇ ਲੇਕਿਨ ਫਾਰਮਾਸਿਊਟੀਕਲ ਵੇਸਟ ਨੂੰ ਪ੍ਰੋਸੈਸ ਕਰਕੇ ਲਿਕਰ ਬਣਾਉਣ ਦਾ ਮਟੀਰੀਅਲ ਬਣਾਉਣ ਦਾ ਕੋਈ ਪ੍ਰੋਵੀਜ਼ਨ ਉਹਨਾਂ ਦੇ ਕੋਲ ਕੋਈ ਲਾਇਸੈਂਸਿੰਗ ਕੋਈ ਇਸ ਤਰੀਕੇ ਦਾ ਕੋਈ नहीं ਸੀਗਾ जिस कारण लेकिन कुछ लिकर शॉप या कोई लिकर शॉप ओनर है उनका नाम आ रहा है that they used to take the liquor from them नकली है then sell it further at a higher price ਬਿਲਕੁਲ ਬਸ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਹਲੇ ਨਹੀਂ ਦੱਸਾਂਗੇ ਕਿਉਂਕਿ ਇੱਕ ਜਿਹੜਾ ਵਨ ਆਫ ਦਾ ਮੇਨ ਕਿੰਗ ਪਿਨ ਤੇ ਸਪਲਾਈ ਹੁੰਦੀ ਸੀ ਜਿਹੜਾ ਸੀ ਆਸ਼ੂ ਉਹਦਾ ਅਰੈਸਟ ਹੋ ਗਿਆ। ਸੋ ਬਾਕੀ ਵੀ ਜਿੱਥੇ ਜਿੱਥੇ ਹੋ ਰਹੀ ਸੀ ਵਿਲ ਟੇਕ एक्शन। सर एक चीज आपने और बोली कि वॉल्वो में जब इसको रेड किया पकड़ा गया ये बड़ा सॉफ्ट कॉर्नर है कि जिस तरह से इस तरह की वॉल्वो हो गई या बस सर्विस जो है यूज करते हैं अपनी गाड़ियां यूज नहीं करते बिकॉज ऑफ के पुलिस की जो नाकेज होते हैं ये कई पहले भी देखे गए तो उसको भी देखा जा रहा है सर किस तरह से ऑब्वियसली इनका बड़ा सॉफ्ट कॉर्नर है कि उसमें लाए बसेस में लेकर आए और सप्लाई हो रही है और उसके बाद फिर आके पूरा जहां भी ट्राई सिटी या जहां भी उन्होंने सप्लाई करनी है लेकिन मेन तो ये है कि जो वॉल्वो यूज करते हैं या ये इस चीजों को यूज करते हैं उस पर भी कुछ ध्यान दिया जा रहा है क्योंकि मोस्टली जो तस्करी होती है शराब की या फिर जो ड्रग्स की उसको लेकर ये चीजें कई सामने आई है। हाँ मेरे ख्याल ਤੁਸੀਂ ਬੜਾ ਵੈਲਿਡ ਪੁਆਇੰਟ ਦੱਸਿਆ ਐਂਡ ਜੇ ਦੇਖੋ ਤਿੰਨੇ ਮਹਿਕਮਿਆਂ ਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਪੁਲਿਸ ਡਿਪਾਰਟਮੈਂਟ ਦਾ ਐਕਸਾਈਜ਼ ਡਿਪਾਰਟਮੈਂਟ ਦਾ ਕੋਆਰਡੀਨੇਸ਼ਨ ਇਸੇ ਕਰਕੇ ਜ਼ਰੂਰੀ ਹੈ ਕਿ ਇੰਨੇ ਤਰੀਕੇ ਦੇ ਮੋਡਸ ਆਪਰੈਂਡਾਈ ਅਲੱਗ-ਅਲੱਗ ਬੰਦੇ ਇਸ ਚ ਕਰ ਰਹੇ ਨੇ ਇੰਨਾ ਜ਼ਿਆਦਾ ਇੰਟਰ ਡਿਸਟ੍ਰਿਕਟ ਅਤੇ ਇੰਟਰ ਸਟੇਟ ਇਨਵੋਲਵਮੈਂਟ ਇਸ ਟ੍ਰੇਡ ਦੇ ਵਿੱਚ ਹੋ ਗਿਆ ਹੈ ਐਂਡ ਪਿਛਲੇ ਕੁਝ ਦਿਨਾਂ ਦੇ ਦੌਰਾਨ ਹੀ ਕਿੰਨੇ ਕੁ ਮੋਡਿਊਲ ਅਸੀਂ ਫੜ ਲਏ ਹੈਗੇ ਸੋ ਡੈਫੀਨਿਟਲੀ ਜੋ ਇਹ ਮੋਡਸ ਆਪਰੈਂਡਾਈ ਨੇ ਕਿ ਉੱਥੇ ਬੁੱਕ ਕਰਾ ਲਿਆ ਕੰਸਾਈਨਮੈਂਟ ਬੱਸ ਦੇ ਵਿੱਚ ਪਾ ਦਿੱਤਾ ਤੇ ਇੱਥੇ ਕੰਡਕਟਰ ਨੇ ਅੱਗੇ ਡਿਲੀਵਰ ਕਰਤਾ ਵਿਦਆਊਟ ਐਨੀ ਇਨਵੋਲਵਮੈਂਟ that is why we have an eye on that. We are working with all the agencies along with that, and instead of actually apprehending the contractor we waited that ਇਹਦੇ ਵਿੱਚ ਜਿਹੜਾ ਮੇਨ ਬੰਦਾ ਹੈਗਾ ਉਹਨੂੰ ਅਸੀਂ ਰੈਡ ਹੈਂਡਡ ਜਾਂ ਉਸ ਤਰੀਕੇ ਨਾਲ ਫੜੀਏ ਤਾਂ ਕਿ सही बंदा तक ਅਸੀਂ पहुंच सकते हैं। सर आशु गोयल का आपने नाम लिया, आशु गोयल चंडीगढ़ में अगर हम बात करें, चंडीगढ़ ही नहीं उसके बाहर भी काफी अच्छे जो वेंडर्स हैं जो कॉन्ट्रैक्टर्स हैं शराब के उनके साथ काफी अच्छा उसका है, उसकी सप्लाईज भी होती हैं। तो हम ये कह सकते हैं कि चंडीगढ़ या आसपास के एरिया में जो लिक्विड बैंक्स हैं वहां पर भी ऑब्वियस सप्लाई दे सकता है क्योंकि उसके काफी जो है सप्लाई जो है वो जाती थी। आशु गोयल की आपने बात करी और वो आज का नहीं, वो काफी पुराना ਹੁਣ ਤੱਕ ਜੋ ਚੀਜ਼ ਇਨਵੈਸਟੀਗੇਸ਼ਨ ਚ ਸਾਹਮਣੇ ਆਈ ਹੈ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਜਿਵੇਂ ਐਸਐਸਪੀ ਸਾਹਿਬ ਨੇ ਵੀ ਦੱਸਿਆ ਕਿ ਜੋ ਵੀ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਚੀਜ਼ਾਂ ਆ ਰਹੀਆਂ ਨੇ ਜਾਂ ਆਉਣਗੀਆਂ ਉਹਨਾਂ ਦੇ ਉੱਤੇ ਪ੍ਰੋਪਰ ਕਾਰਵਾਈ ਕਰਕੇ ਐਂਡ ਵੀ ਵਿਲ ਸ਼ੇਅਰ ਵਿਦ ਯੂ ਆਬਵੀਅਸਲੀ, ਕਿਉਂਕਿ ਤੁਹਾਡੇ ਰਾਹੀਂ ਅਸੀਂ ਐਕਚੁਅਲੀ ਲੋਕਾਂ ਤੱਕ ਇਹ ਮੈਸੇਜ ਪਹੁੰਚਾਉਣਾ ਚਾਹਾਂਗੇ ਕਿ ਜਿੱਥੇ ਵੀ ਉਹਨਾਂ ਨੂੰ ਜੋ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹ ਕਾਈਂਡਲੀ ਸਾਡੇ ਨਾਲ ਜ਼ਰੂਰ ਸ਼ੇਅਰ ਕਰਨ। ਅਸੀਂ चाहे पुलिस महकमे ਨੂੰ ਦੱਸ ਦੇਣ, ਚਾਹੇ ਅਸੀਂ ਇੱਕ ਆਪਣਾ ਸੈਂਟਰਲਾਈਜ਼ਡ ਕੰਪਲੇਂਟ ਨੰਬਰ ਵੀ ਚਾਲੂ ਕੀਤਾ ਹੈਗਾ ਐਂਡ ਫੋਰਚੂਨੇਟਲੀ ਵੀ ਆਰ ਗੈਟਿੰਗ ਗੁੱਡ ਰਿਸਪੌਂਸ, ਬਟ ਥਰੂ ਯੂ ਆਈ ਵੁੱਡ ਲਾਈਕ ਟੂ ਅਪੀਲ them as well ਕਿ ਸਾਡਾ ਇਹ ਨੰਬਰ
98,759 61,126 98,759 61126 ਅਸੀਂ ਕਾਫੀ ਨਿਊਜ਼ਪੇਪਰਸ ਦੇ ਰਾਹੀਂ ਵੀ ਪਹੁੰਚ ਕੀਤੀ ਹੈਗੀ ਐਂਡ ਵੀ ਹੈਵ ਗਿਵਨ ਮੈਸੇजेस ਆਲਸੋ ਥਰੂ ਟੈਲੀਕਾਮ ਸਰਵਿਸ ਪ੍ਰੋਵਾਈਡਰਸ ਸੋ ਲੋਕਾਂ ਦਾ ਸਹਿਯੋਗ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਅਲਟੀਮੇਟਲੀ ਇਹ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੈ ਐਂਡ ਵੀ would not leave any stone unturned ਮਹਿਕਮਾ ਸਰਕਾਰ ਪੁਲਿਸ ਡਿਪਾਰਟਮੈਂਟ ਅਸੀਂ ਇਸ ਦੇ ਵਿੱਚ ਬੜੇ ਕਲੀਅਰ ਹੈਗੇ ਆ ਕਿ ਇਹ ਜਿਹੜੀ ਕਮਰ ਹੈਗੀ ਇਸ ਟ੍ਰੇਡ ਦੀ ਉਹ ਅਸੀਂ ਤੋੜਾਂਗੇ ਐਂਡ ਬਗੈਰ ਲੋਕਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਅਲਟੀਮੇਟਲੀ ਇਟ ਇਜ਼ ਅਫੈਕਟਿੰਗ ਐਵਰੀਬਾਡੀ ਗਵਰਨਮੈਂਟ ਦੇ ਰੈਵਨਿਊਜ਼ ਅਫੈਕਟ ਹੋ ਰਹੇ ਨੇ ਲੋਕਾਂ ਦੀ ਸਿਹਤ ਅਫੈਕਟ ਹੋ ਰਹੀ ਹੈ ਸੋ ਉਹਨਾਂ ਦੇ ਸਹਿਯੋਗ ਤੋਂ ਬਗੈਰ ਇਹ ਇੰਨਾ ਕਿਉਂਕਿ ਵਾਈਡ ਸਪਰੈਡ ਚੀਜ਼ ਹੈ ਔਰ ਇਟ ਇਜ਼ ਥਰੂਆਊਟ ਦ ਕੰਟਰੀ ਪ੍ਰੋਬੈਬਲੀ ਜਿਸ ਤਰੀਕੇ ਆਪਾਂ ਦੇਖ ਰਹੇ ਨੇ ਕਿ ਦਿੱਲੀ ਤੋਂ ਬੁੱਕ ਕਰਕੇ ਗੋਲਾ ਕੈਪਸ ਇੱਥੇ ਭੇਜ ਰਹੇ ਨੇ ਐਂਡ ਅਨਫੋਰਚੂਨੇਟ ਘਟਨਾਵਾਂ ਹੁਣ ਯੂਪੀ ਬੁਲੰਦ ਸ਼ਹਿਰ ਜਾਂ ਹੋਰ ਜਿਹੜੀ ਜਗ੍ਹਾ ਕੋਈ ਹੋਈਆਂ ਹੈਗੀਆਂ ਸੋ ਇਟ ਇਜ਼ ਸਮਥਿੰਗ ਵਿਚ ਵੀ ਹੈਵ ਟੂ really take by force and take mukammal action on that and we will do that. Sir, one more question. So, like they were preparing this liquor from this raw material, the waste. So they might be trained enough to use that material to sell that. It requires excise and all permissions. So during the investigation, whether it's further from where the body came. JP Pillow, ਇਨਫੈਕਟ ਆਸ਼ੂ ਦੇ ਨਾਲ ਹੀ ਕੰਮ ਕਰਦਾ ਸੀ ਬੋਟਲਿੰਗ ਪਲਾਂਟ 'ਚ ਵੀ ਕੰਮ ਕਰਦਾ ਸੀਗਾ ਜੀ ਉਹਦਾ ਆਪਣਾ ਵੀ ਬੋਟਲਿੰਗ ਪਲਾਂਟ ਐਸ ਪਰ ਇਨਵੈਸਟੀਗੇਸ਼ਨ ਉਹਦਾ ਰਿਹਾ ਹੈ ਸੋ ਹੀ ਵਾਸ ਅਵੇਅਰ ਆਫ ਦ ਫੈਕਟ ਕਿ ਇਹ ਚੀਜ਼ਾਂ ਕਿੱਦਾਂ ਇਹ ਚੀਜ਼ਾਂ ਬਣਦੀਆਂ So this is the first instance where you find set up in a flat या पहले भी हो रहे हैं ਸੌਰੀ फ्लैट ਦੇ ਵਿੱਚ ਪਹਿਲਾਂ ਇਸ ਤਰੀਕੇ ਦਾ ਕਿ residential flats This is the first instance where you find set up in a residential flat you keep on getting these kind of complaints sir regarding the residential flats मैं bottling हो रही थी ना जिससे आप बता रहे हो so earlier we had found one in a residence Okay. but in a flatted society to our best knowledge probably it is the first such instance. and second question is pharmaceutical waste again they recycle into the speaker so ये पहले भी होते रहे pharmaceutical waste से ये इस वाले केस में फार्मास्यूटिकल वेस्ट नहीं है दिस इज नॉट वी हैव नॉट कम अक्रॉस दैट ये बिनी केमिकल्स वाला जो जुलाई का मॉड्यूल हमने बस्ट किया था ये उसकी बात मैं बता रहा हूँ कि फार्मास्यूटिकल वेस्ट का ऑल आई एम सेइंग इसके अलग-अलग तरीके से अलग-अलग मॉड्यूल्स बस्ट हो रहे हैं कहीं पे कोई नाजायज लोअर ब्रांड शराब को बड़े ब्रांड में कन्वर्ट कर रहा है कहीं पे कोई ईएनओ को कन्वर्ट कर रहा है अब अमृतसर में वो मॉल्ट ही उन्होंने निकाल लिया और उसको बेचने की कोशिश कर रहे हैं इसी तरीके बिनी केमिकल्स के केस में फार्मा वेस्ट को भी नहीं छोड़ा सो अलग-अलग मॉड्यूल्स हैं अलग-अलग तरीके हैं लोगों के करने के एंड वी हैव टू बी कॉन्शियस ऑफ द फैक्ट कि अलग-अलग लोग अलग-अलग एरियाज ऑफ स्टेट एंड कंट्री में इसको अलग-अलग तरीके से करने की कोशिश कर रहे हैं एंड दैट इज व्हाई आवर जॉइंट एक्शन रेगुलरली ऐसे साहब एक सवाल है सर जैसे कि जीरकपुर की बात करें डेराबस्सी की बात करें खरड़ ये हब बन चुका है सोसाइटीज बहुत हैं ऑब्वियसली आप लोगों ने भी काफी वेरिफिकेशन को लेकर कई काम किए हैं लेकिन उसके बावजूद ये जो चीजें हैं जो बैड आंसर्स हैं चाहे वो गैंगस्टर्स की बात कर लें या फिर इस तरह के बैड आंसर्स है फ्लैट में ही चल रहा है ये काम उसको लेकर भी कुछ सर आप आगे कुछ किया जाएगा पुलिस की तरफ से वेरिफिकेशन की तो आप बात करते हैं लेकिन सिचुएशन आपके सामने है कि अभी भी बैड आंसर से बैड एलिमेंट जो है वहां पे लिविंग रहते हैं देखिए अगर ये बैड एलिमेंट्स या हम कुछ कहें जो क्राइम पेशा लोग हैं फ्लैट्स में रहते हैं तो ये पकड़े भी जा रहे हैं सो अभी ये जो अभी हम इसको एक्साइज वाले लेके चले जैसे सर ने बोला है कि रेजिडेंशियल फ्लैट्स में ये ऐसी पहली शिकायत आई है तो लोग भी अवेयर हो रहे हैं और जो डिपार्टमेंट्स है चाहे हम लीकर को लेके देख लें तो एक्साइज डिपार्टमेंट और पुलिस डिपार्टमेंट और अगर दूसरे क्रिमिनल्स को लेके देख लें तो पुलिस डिपार्टमेंट सो हम सभी इन चीजों के पीछे भी लगे हुए हैं और वी आर ट्राइंग अवर लेवल बेस्ट भी इन लोगों पे कंट्रोल भी हो तो बट अगेन आई वुड रिक्वेस्ट टू पब्लिक थ्रू यू के जैसे जितना आप सहयोग देंगे जितनी आप लोगों को अवेयरनेस होगी और आप पुलिस की दूसरे डिपार्टमेंट्स की हेल्प करेंगे रिगार्डिंग दिस उतना ही हम इन चीज़ों पर कंट्रोल कर सकते हैं सो ये आप अपील हमारी तरफ से भी जरूर लगाइएगा So as you told that they are running their business since from last 1 year in this city or near about area, so it's also a big question mark on the performance of both departments, including bureaucrats, officers. It is not that Should you investigate their roles? Should you investigate their roles? No. When investigation
means we are investigating everything, not only their role but everybody's role. We are investigating everything. So whosoever comes. 1 year is not a short period, na? Sorry? 1 year is not a short period for this type of 1 year is activities. not a short period, but again I say this is what they have been saying, that we are doing this business for last 1 year. And this fellow, the JP, he shifted to this flat I think only 3 or 4 months back. Earlier he was staying somewhere else. So I just on behalf of the police department and on behalf of excise department, I assure you one thing, that investigation will be totally fair and whosoever is found liable and will book back. मतलब सर ये 3 महीने बाद अपना लोकेशन चेंज कर रहे हैं? Well, कितनी बार पहले चेंज की, कितनी बार नहीं की, अगेन उसको हम सारा इन्वेस्टिगेट कर रहे हैं, लेकिन इस लोकेशन के ऊपर वो 3 महीने 4 महीने पहले आया है। सर कुछ ऐसा भी किया जा रहा है जैसे वेरिफिकेशन चलो पुलिस कर रही है, जो ओनर है जितने भी ये प्रॉपर्टी ओनर्स हैं या जितने भी फ्लैट वाले मालिक हैं, मोतिया ग्रुप बिल्डर्स जितने भी हैं, उनको भी बोला गया है कि अगर कोई नया फ्लैट लेता है या रेंट आउट होता है तो उसकी पुलिस को आप भी इन्फॉर्म करें। देखिए, अब अगर हम ये बात करें कि ये जेपी ने फ्लैट बुक करा लिया, जेपी फ्लैट किराए पे रहने शुरू हो गया, तो जेपी का वो कह देंगे कि ये आदमी है, इसकी ये उम्र है, इसके वाइफ है, इसके बच्चे हैं, ये रह रहा, तो उसमें तो कुछ बुराई नहीं होगी। लेकिन जो अवेयरनेस का मतलब ये है कि जो आसपास लोग रह रहे हैं, जो सोसाइटी है, जो सिक्योरिटी वाले हैं, वो इनकी एक्टिविटीज देखें, ये एक्टिविटीज क्या परफॉर्म कर रहे हैं। वो जब शक्की होती है तो उस वक्त ये लोग हमारी हेल्प करें, हमें इन्फॉर्म करें। एक्साइज डिपार्टमेंट को अगर वो लीकर के संबंध है तो एक्साइज डिपार्टमेंट को इन्फॉर्म कर सकते हैं कि ये इसकी डेली एक्टिविटीज देख रहे हैं कि ये ऐसा चीज कर रहे हैं। तो अगर वो 8-8, 10-10 बॉक्सेस अपने फ्लैट में लेके जा रहा है, तो सीढ़ियाँ भी चढ़ रहा है, लिफ्ट के जरिए जा रहा है, गाड़ी से अनलोड भी कर रहा है, तो गाड़ी में लोड भी हो रही है, सब कुछ वो तो चीज चल ही रही है। तो ये सभी की ही ड्यूटी बन जाती है, क्योंकि जैसे सर ने बोला है कि गवर्नमेंट का रेवेन्यू तो खराब हो ही रहा है, लेकिन लोगों की हेल्थ भी खराब हो